थोरी मांगन बहुता महल न पावे। कह तो बहुता सेवा थोरी मांगन बहुता महल न पावे। कह तो बहुता सतनाम धन वाहिगुरु जी। राग सोरठ बाणी भगत कबीर जी की। कर पहला एक ओंकार सतगुर प्रसाद। बुत पूज पूज हिंदू मुए तुरक मुए सिर नाई। ओएले जारे ओएले गाडे तेरी गत दुहूं न पाई। मन रे संसार अंध गहेरा चहुं दिस पसरियो है जम जीवरा रहाऊ। कवित पढ़े पढ़ कविता मुए कपड़ किदा रह जाई। जटा तार तार जोगी मुए तेरी गत इन्ह न पाई। दरब संच संच राजे मुए गढ़ले कंचन पहारी। वेद पढ़े पढ़ पंडित मुए रूप देख देख नारी। राम नाम बिन सबे बिगोते देखो निरख शरीरा। हर के नाम बिन किन गत पाई कह उपदेश कबीरा। राम नाम बिन सब है बिगोते देखो निरख शरीरा। हर के नाम बिन किन गत पाई कह उपदेश कबीरा। वाहिगुरु जी का खालसा वाहिगुरु जी की फतेह। परम सन्मानयोग धन धन श्री गुरु ग्रंथ साहब महाराज जी की पावन पाक हजूरी विच सुभाईमान होए बैठे सतसंगी जनों, सतगुरां दी अपार कृपा सदका भगतां दी बाणी नूं विचारन दा सुभाग समा प्राप्त होया। पिछले दिनां विच आपां श्री राग दी बाणी, उस तो उपरंत गौड़ी राग दी भगतां दी बाणी, गौड़ी राग तो बाद आसा राग दी बाणी, आसा राग तो बाद गुजरी राग दी बाणी असी विचारी है। गुजरी राग तो अगे देवगंधारी राग, उस दे विच भगतां दी बाणी ने। देवगंधारी तो अगलेरा राग
ਵਿਹਾਗੜਾ ਹੈ, ਉਸ ਦੇ ਵਿੱਚ ਭਗਤਾਂ ਦੀ ਬਾਣੀ ਨੇ। ਉਸ ਤੋਂ ਅਗਲਾ ਰਾਗ ਵਡਹੰਸ ਹੈ, ਵਡਹੰਸ ਰਾਗ ਦੇ ਵਿੱਚ ਭਗਤਾਂ ਦੀ ਬਾਣੀ ਨੇ। ਉਸ ਤੋਂ ਅਗਲੇਰਾ ਰਾਗ ਹੈ ਸੋਰਠ ਰਾਗ, ਜਿਸ ਦੇ ਵਿੱਚ ਭਗਤਾਂ ਦੀ ਬਾਣੀ ਦਰਜ ਹੈ। ਅੱਜ ਸੋਰਠ ਰਾਗ ਦਾ ਪਹਿਲਾ ਸ਼ਬਦ ਭਗਤ ਕਬੀਰ ਸਾਹਿਬ ਜੀ ਦਾ ਉਚਾਰਨ ਕੀਤਾ ਹੋਇਆ ਰਾਗ ਸੋਰਠ। ਬਾਣੀ ਭਗਤ ਕਬੀਰ ਜੀ ਕੀ ਘਰ ਪਹਿਲਾ, ਇੱਕ ਓੰਕਾਰ ਸਤਿਗੁਰ ਪ੍ਰਸਾਦ। ਮੰਗਲਾ ਚਰਨ ਹੈ, ਕਿਉਂਕਿ ਭਗਤਾਂ ਦੀ ਬਾਣੀ ਦੀ ਇੱਥੋਂ ਆਰੰਭਤਾ ਹੋ ਰਹੀ ਹੈ ਸੋਰਠ ਰਾਗ ਦੇ ਵਿੱਚ। ਪਾਵਨ ਅੰਕ 654 ਤੋਂ ਭਗਤਾਂ ਦੀ ਬਾਣੀ ਆਰੰਭ ਹੋਈ ਹੈ। ਅੱਜ ਦਾ ਸ਼ਬਦ ਹੈ ਮਨ ਰੇ ਸੰਸਾਰ ਅੰਧ ਗਹਿਰਾ, ਚਾਹੁੰ ਦਿਸ ਪਸਰਿਓ ਹੈ ਜਮ ਜੇਵਰਾ। ਇਸ ਸ਼ਬਦ ਨੂੰ ਵਿਚਾਰਾਂਗੇ ਪ੍ਰੇਮ ਨਾਲ। ਸਤਿਗੁਰਾਂ ਦੇ ਚਰਨਾਂ ਝੁਕਾਓ ਸੀਸ, ਗੁਰਮੰਤਰ ਦੀ ਸਾਂਝ ਕਰੋ ਆਖੋ ਜੀ ਸਤਨਾਮ। ਸ੍ਰੀ ਵਾਹਿਗੁਰੂ, ਫਿਰ ਕਰੋ ਕਿਰਪਾ ਸਤਨਾਮ। ਸ੍ਰੀ ਵਾਹਿਗੁਰੂ ਜੀ। ਮਨੁੱਖ ਦੇ ਮਨ ਨੂੰ ਗੁਰਬਾਣੀ ਦੇ ਵਿੱਚ ਬਾਰ-ਬਾਰ ਮਹਾਰਾਜ ਨੇ ਜ਼ਿਕਰ ਕੀਤਾ, ਸੰਬੋਧਨ ਕੀਤਾ, ਔਰ ਸਾਰੇ ਹੀ ਮਹਾਂਪੁਰਖਾਂ ਦਾ ਜੋ ਗੁਰੂ ਗ੍ਰੰਥ ਸਾਹਿਬ 'ਚ ਬਿਰਾਜਮਾਨ ਨੇ, ਵਿਦਵਾਨ ਨੇ, ਉਹਨਾਂ ਸਭਨਾਂ ਦਾ ਯਤਨ ਇਹੀ ਹੈ ਕਿ ਮਨੁੱਖ ਦਾ ਜਿਹੜਾ ਮਨ ਹੈ, ਇਸ ਮਨ ਨੂੰ ਕਿਤੇ ਰੱਬੀ ਗਿਆਨ ਪ੍ਰਾਪਤ ਹੋ ਜਾਏ। ਸਾਡੇ ਮਨ ਦੇ ਅੰਦਰ ਜੋ ਹੈ ਉਹ ਸਾਨੂੰ ਪਤਾ ਚੱਲ ਸਕੇ, ਅਤੇ ਜੋ ਸਾਨੂੰ ਮਨ ਦੇ ਅੰਦਰ ਪ੍ਰਗਟ ਕਰਨਾ ਹੈ ਉਹ ਭਗਤਾਂ ਦੇ ਗੁਰੂ ਮਹਾਰਾਜ ਜੀ ਦੀ ਬਾਣੀ 'ਚੋਂ ਅਸੀਂ ਗਿਆਨ ਲੈ ਸਕੀਏ। ਕਿਉਂਕਿ ਗੁਰਬਾਣੀ ਨੇ ਦੋਵੇਂ ਪੱਖ ਸਾਡੇ ਸਾਹਮਣੇ ਰੱਖੇ, ਜੋ ਸਾਡੇ ਅੰਦਰ ਚੱਲ ਰਿਹਾ ਹੈ ਉਹ ਵੀ, ਅਤੇ ਜੋ ਸਾਡੇ ਅੰਦਰ ਚੱਲਣਾ ਚਾਹੀਦਾ ਹੈ ਉਹ ਵੀ ਵਿਚਾਰ ਗੁਰੂ ਸਾਹਿਬ ਨੇ ਸਾਨੂੰ ਬਖਸ਼ੇ ਨੇ। ਭਗਤ ਕਬੀਰ ਸਾਹਿਬ ਕਹਿਣ ਲੱਗੇ ਮਨ ਰੇ ਸੰਸਾਰ ਅੰਧ ਗਹਿਰਾ। ਮਨ ਰੇ ਦਾ ਅਰਥ ਹੈ ਹੇ ਮਨ, ਸੰਸਾਰ ਅੰਧ ਗਹਿਰਾ। ਅਗਿਆਨਤਾ ਦੇ ਕਾਰਨ ਸਿਮਰਨ ਤੋਂ ਖੁੰਝ ਕੇ ਜਗਤ ਵਿੱਚ ਇੱਕ ਹਨੇਰਾ ਖਾਤਾ ਬਣਿਆ ਹੋਇਆ, ਡੂੰਘਾ ਖੂਹ ਕਹਿ ਸਕਦੇ ਹਾਂ। ਹਨੇਰਾ ਹੀ ਹਨੇਰਾ ਹੈ, ਭਾਵ ਕਿ ਮਨੁੱਖ ਅਗਿਆਨਤਾ ਦੇ ਕਾਰਨ ਪਰਮੇਸ਼ਰ ਦੇ ਸਿਮਰਨ ਤੋਂ ਖੁੰਝ ਕੇ ਤੇ ਜਗਤ ਇੱਕ ਹਨੇਰਾ ਖੂਹ ਬਣਿਆ ਪਿਆ ਹੈ। ਉਹਦੇ ਵਿੱਚ ਹਨੇਰਾ ਹੀ ਹਨੇਰਾ, ਭਾਵ ਕਿ ਸੰਸਾਰ ਦੇ ਅੰਦਰ ਅਗਿਆਨਤਾ ਹੀ ਅਗਿਆਨਤਾ ਹੈ। ਸੰਸਾਰ ਦੇ ਲੋਕ ਪੜ੍ਹ ਲਿਖ ਕੇ ਵੀ ਬਹੁਤੇ ਕਰਮ ਅਗਿਆਨਤਾ ਦੇ ਵਿੱਚ ਰਹਿ ਕੇ ਕਰਦੇ ਨੇ, ਅਗਿਆਨੀ ਹੋ ਕੇ ਜੀਵਨ ਜਿਉਂਦੇ ਨੇ। ਚਾਹੀਦਾ ਇਹ ਸੀ ਕਿ ਅਸੀਂ ਗਿਆਨ ਹਾਸਲ ਕਰਦੇ, ਸੋਝੀ ਪ੍ਰਾਪਤ ਕਰਦੇ, ਜੀਵਨ ਜਿਉਣ ਦੀ ਜੁਗਤ ਸਿੱਖਦੇ। ਪਰ ਭਗਤ ਕਬੀਰ ਸਾਹਿਬ ਕਹਿੰਦੇ ਸੰਸਾਰ ਦੇ ਵਿੱਚ ਅਗਿਆਨਤਾ ਦੇ ਹਨੇਰੇ ਕਾਰਨ ਇਹ ਜਗਤ ਇੱਕ ਹਨੇਰੇ ਦਾ ਖੂਹ ਬਣਿਆ ਪਿਆ। ਫਿਰ ਕਹਿਣ ਲੱਗੇ ਚਾਹੁੰ ਦਿਸ ਪਸਰਿਓ ਹੈ ਜਮ ਜੇਵਰਾ। ਕਹਿੰਦੇ ਚੌਹਾਂ ਪਾਸੀ ਜਮਾਂ ਦੀ ਫਾਈ ਜਿਹੜੀ ਉਹ ਖਿਲਰੀ ਪਈ ਹੈ, ਭਾਵ ਕਿ ਲੋਕ ਉਹ ਕੰਮ ਕਰ ਰਹੇ ਹਨ ਜਿਨ੍ਹਾਂ ਨਾਲ ਹੋਰ ਵਧੇਕ ਅਗਿਆਨਤਾ ਵਿੱਚ ਫਸਦੇ ਜਾ ਰਹੇ ਹਨ। ਸੰਸਾਰ ਵਿੱਚ ਲੋਕ ਕਰਮ ਤਾਂ ਕਰ ਰਹੇ ਹਨ,
ਪਰ ਉਹ ਕਰਮ ਕਰ ਰਹੇ ਨੇ ਜਿਨ੍ਹਾਂ ਕਰਮਾਂ ਨੂੰ ਕਰਕੇ ਹੋਰ ਅਗਿਆਨਤਾ ਜੀਵਨ ਵਿੱਚ ਵੱਧਦੀ ਜਾ ਰਹੀ ਹੈ ਅਤੇ ਅਗਿਆਨਤਾ ਦੇ ਵਿੱਚ ਫਸਦੇ ਜਾ ਰਹੇ ਹਨ। ਉਹੀ ਕੰਮ ਕਰ ਰਹੇ ਹਨ। ਹੁਣ ਗੁਸਤਾਖੀ ਮਾਫ਼ ਕਰਨਾ, ਕੋਈ ਮਨੁੱਖ ਪੱਤਿਆਂ ਨੂੰ ਪਾਣੀ ਦੇਵੇ, ਉਸ 'ਤੇ ਕੀ ਗਿਆਨ ਮਿਲੇਗਾ? ਕੋਈ ਮਨੁੱਖ ਸੂਰਜ ਨੂੰ ਪਾਣੀ ਦੇਵੇ, ਉਸ ਤੋਂ ਕੀ ਗਿਆਨ ਹਾਸਲ ਕਰੇਗਾ? ਕੋਈ ਤੀਰਥਾਂ 'ਤੇ ਇਸ਼ਨਾਨ ਕਰੇ, ਉੱਥੋਂ ਕਿਹੜਾ ਗਿਆਨ ਮਿਲਣਾ? ਕੋਈ ਮਨੁੱਖ ਵਰਤ ਰੱਖ ਲਵੇ, ਇਸ ਦੇ ਨਾਲ ਕਿਹੜਾ ਗਿਆਨ ਪ੍ਰਾਪਤ ਹੋਣਾ? ਭਾਵ ਕਿ ਇਹੋ ਜਿਹੇ ਕਰਮ ਲੋਕ ਕਰ ਰਹੇ ਹਨ। ਕੋਈ ਪੁੱਠਾ ਲਟਕ ਰਿਹਾ, ਕੋਈ ਜਲ ਸਮਾਧੀਆਂ ਕਰ ਰਿਹਾ, ਕੋਈ ਹੋਰ ਕਰਮਾਂ ਦੇ ਵਿੱਚ, ਯਾਤਰਾ ਦੇ ਵਿੱਚ ਲੱਗਿਆ ਹੋਇਆ, ਜਿਸ ਦੇ ਨਾਲ ਮਨੁੱਖ ਦੇ ਅੰਦਰ ਅਗਿਆਨਤਾ ਜਿਹੜੀ ਹੈ ਉਹ ਹੋਰ ਵੱਧਦੀ ਜਾ ਰਹੀ ਹੈ। ਅਗਿਆਨਤਾ 'ਚ ਹੋਰ ਫਸਦੇ ਜਾ ਰਹੇ ਨੇ, ਕਿਉਂਕਿ ਉੱਥੋਂ ਗਿਆਨ ਹਾਸਲ ਨਹੀਂ ਹੋ ਰਿਹਾ, ਗਿਆਨ ਦੀ ਪ੍ਰਾਪਤੀ ਨਹੀਂ ਹੋ ਰਹੀ। ਅਗਿਆਨਤਾ ਕਰਕੇ ਹੋਰ ਕਰਮ ਕਾਂਡਾਂ 'ਚ ਫਸੀ ਜਾ ਰਹੇ ਹਨ। ਅਤੇ ਉਹ ਕਰਮ ਕਾਂਡਾਂ ਦੀ ਜਿਹੜੀ ਫਾਈ ਹੈ ਨਾ, ਉਹ ਚਾਰੇ ਪਾਸੇ ਮਨੁੱਖ ਦੇ ਖਿਲਰੀ ਪਈ ਹੈ। ਇਹ ਮਨੁੱਖਤਾ ਦੀ ਹਾਲਤ ਹੈ, ਭਗਤ ਕਬੀਰ ਸਾਹਿਬ ਦੱਸ ਰਹੇ ਨੇ। ਫਿਰ ਉਹਨਾਂ ਨੇ ਇਹ ਵੀ ਦੱਸੀ ਵੀ ਉਹ ਅਗਿਆਨਤਾ ਕਿਹੜੀ ਹੈ, ਜਿਹੜੇ ਲੋਕ ਕੰਮ ਕਰ ਰਹੇ ਹਨ ਔਰ ਜਿਨ੍ਹਾਂ ਨਾਲ ਹੋਰ ਵਧੀਕ ਅਗਿਆਨਤਾ ਵੱਧ ਰਹੀ ਹੈ, ਉਹ ਕਰਮ ਕਿਹੜੇ ਕਿਹੜੇ ਹਨ। ਕਹਿਣ ਲੱਗੇ, ਬੁੱਤ ਪੂਜ ਹਿੰਦੂ ਮੂਏ, ਤੁਰਕ ਮੂਏ ਸਿਰ ਨਾਈ। ਨਾਈ ਦਾ ਅਰਥ ਇੱਥੇ ਹੈ ਨਿਭਾਉਣਾ, ਝੁਕਾਉਣਾ। ਆਖਣ ਲੱਗੇ, ਬੁੱਤ ਪੂਜ ਹਿੰਦੂ ਮੂਏ, ਹਿੰਦੂ ਲੋਕ ਬੁੱਤਾਂ ਦੀ ਪੂਜਾ ਕਰਕੇ ਖੁਆਰ ਹੋ ਰਹੇ ਹਨ। ਮੂਏ ਦਾ ਅਰਥ ਹੈ ਆਤਮਿਕ ਮੌਤ ਮਰ ਰਹੇ ਹਨ, ਅਸਲੀ ਰਸਤੇ ਤੋਂ ਖੁੰਝ ਰਹੇ ਹਨ। ਬੁੱਤ ਨੂੰ ਭਾਵੇਂ ਕਿਸੇ ਵੀ ਤਰੀਕੇ ਨਾਲ ਪੂਜਿਆ ਜਾਏ, ਭਾਵੇਂ ਉਸ ਦੇ ਉੱਤੇ ਕੋਈ ਦੁੱਧ ਚੜਾਏ, ਉਹਦੇ 'ਤੇ ਕੋਈ ਧੁੱਪ ਲਾਏ, ਉਸ ਨੂੰ ਜਾ ਕੇ ਮੱਥਾ ਟੇਕੇ, ਬੁੱਤ ਨੇ ਕੋਈ ਗਿਆਨ ਨਹੀਂ ਦੇਣਾ ਮਨੁੱਖ ਨੂੰ। ਬੁੱਤ ਨੇ ਕੋਈ ਗਿਆਨ ਨਹੀਂ ਦੇਣਾ। ਅਤੇ ਭਗਤ ਕਬੀਰ ਸਾਹਿਬ ਕਹਿੰਦੇ, ਮੈਂ ਦੇਖ ਰਿਹਾ ਹਾਂ ਕਿ ਹਿੰਦੂ ਲੋਕ ਜਿਹੜੇ ਨੇ ਉਹ ਬੁੱਤਾਂ ਦੀ ਪੂਜਾ ਕਰ ਕਰਕੇ ਖੁਆਰ ਹੋ ਰਹੇ ਹਨ, ਆਤਮਿਕ ਮੌਤ ਮਾਰ ਰਹੇ ਹਨ। ਅਤੇ ਤੁਰਕ ਮੂਹੇ ਸਿਰ ਨਾਈ, ਅਤੇ ਮੁਸਲਮਾਨ ਰੱਬ ਨੂੰ, ਅੱਲਾਹ ਤਾਲਾ ਨੂੰ ਮੱਕੇ ਵਿੱਚ ਸਮਝ ਕੇ ਉੱਧਰ ਸਿੱਧੇ ਕਰ ਰਹੇ ਹਨ, ਸਿਰ ਨਿਵਾ ਰਹੇ ਹਨ। ਉਹ ਸੋਚਦੇ ਨੇ ਸ਼ਾਇਦ ਮੱਕੇ ਦੇ ਅੰਦਰ ਹੀ ਰੱਬ ਰਹਿੰਦਾ, ਹੋਰ ਕਿਸੇ ਪਾਸੇ ਨਹੀਂ, ਅਤੇ ਉਸ ਪਾਸੇ ਉਹ ਸਿਰ ਨਿਵਾ ਰਹੇ ਨੇ। ਅਤੇ ਇਸ ਤਰੀਕੇ ਦੇ ਨਾਲ ਕਹਿੰਦੇ ਉਹ ਵੀ ਖੁਆਰ ਹੋ ਰਹੇ ਹਨ, ਉਹ ਵੀ ਆਤਮਿਕ ਮੌਤ ਮਰ ਰਹੇ ਹਨ, ਕਿਉਂਕਿ ਆਤਮਿਕ ਜੀਵਨ ਪ੍ਰਾਪਤ ਨਹੀਂ ਹੋ ਰਿਹਾ, ਭੁਲੇਖਾ ਪਿਆ ਹੋਇਆ ਜੀਵਨ 'ਚ, ਉਸ ਭੁਲੇਖੇ ਵਿੱਚ ਜੀ ਰਹੇ ਹਨ। ਕਹਿੰਦੇ, ਓਏ ਲੈ ਜਾਰੇ ਓਏ ਲੈ ਗਾਡੇ, ਤੇਰੀ ਗਤ ਦੂਹੂ ਨਾ ਪਾਈ। ਭਗਤ ਕਬੀਰ ਸਾਹਿਬ ਆਖਣ ਲੱਗੇ, ਹਿੰਦੂਆਂ ਨੇ ਆਪਣੇ ਮੁਰਦੇ ਸਾੜ ਦਿੱਤੇ ਅਤੇ ਮੁਸਲਮਾਨਾਂ ਨੇ ਆਪਣੇ ਮੁਰਦਿਆਂ ਨੂੰ ਦੱਬ ਦਿੱਤਾ। ਇੱਕ ਸਾੜਨ 'ਤੇ ਲੱਗੇ ਨੇ, ਦੂਜੇ ਦੱਬਣ 'ਤੇ ਲੱਗੇ ਹੋਏ ਹਨ। ਕਹਿਣ ਲੱਗੇ, ਤੇਰੀ ਗਤ ਦੂਹੂ ਨਾ ਪਾਈ। ਐਸੇ ਹੀ ਝਗੜੇ ਵਿੱਚ ਰਹੇ ਕਿ ਸੱਚਾ ਕੌਣ ਹੈ। ਅਸੀਂ ਸਹੀ ਕੰਮ ਕਰ ਰਹੇ ਹਾਂ, ਅਸੀਂ ਮੁਰਦੇ ਸਾੜਦੇ ਹਾਂ, ਅਤੇ ਤੁਸੀਂ ਦਫਨਾਉਂਦੇ, ਤੁਸੀਂ ਗਲਤ ਕਰ ਰਹੇ ਹੋ। ਆਪਸ ਵਿੱਚ ਝਗੜ ਰਹੇ ਨੇ, ਇੱਕ ਦੂਜੇ ਨੂੰ ਮਾੜਾ ਕਹਿ ਰਹੇ ਨੇ। ਅਤੇ ਭਗਤ ਕਬੀਰ ਸਾਹਿਬ ਕਹਿੰਦੇ ਨੇ, ਇਹਨਾਂ ਝਗੜਿਆਂ ਦੇ ਅੰਦਰ ਆਪਸ ਵਿੱਚ ਸੱਚਾ ਕੌਣ, ਤੁਸੀਂ ਸੱਚੇ ਕਿ ਅਸੀਂ ਸੱਚੇ। ਔਰ ਇਹੀ ਗੱਲ ਸੀ ਕਿ ਜਦੋਂ ਗੁਰੂ ਨਾਨਕ ਪਾਤਸ਼ਾਹ ਮੱਕੇ ਵਿੱਚ ਵੀ ਜਾਂਦੇ ਨੇ ਤਾਂ ਉੱਥੇ ਦੇ ਕਾਜ਼ੀ ਸਵਾਲ ਵੀ ਇਹੀ ਕਰਦੇ ਨੇ ਕਿ ਪੁੱਛਣ ਫੋਲ ਕਿਤਾਬ ਨੂੰ, ਹਿੰਦੂ ਵੱਡਾ ਕਿ ਮੁਸਲਮਾਨ ਹੋਈ। ਉਹ ਗੁਰੂ ਨਾਨਕ ਪਾਤਸ਼ਾਹ ਜੀ ਦੀ ਵਿਚਾਰ ਲੈਣਾ ਚਾਹੁੰਦੇ ਵੀ ਤੁਹਾਡੇ ਮੁਤਾਬਿਕ ਕੌਣ ਵੱਡਾ, ਹਿੰਦੂ ਵੱਡਾ ਕਿ ਮੁਸਲਮਾਨ ਵੱਡਾ, ਸੱਚਾ ਕੌਣ ਹੈ, ਵੱਡਾ ਕਿਹੜਾ ਧਰਮ ਹੈ, ਰੱਬ ਦੀ ਦਰਗਾਹ 'ਚ ਕੌਣ ਪ੍ਰਵਾਨ ਹੋਏਗਾ। ਉਹ ਪੁੱਛਣਾ ਚਾਹੁੰਦੇ ਗੁਰੂ ਨਾਨਕ ਪਾਤਸ਼ਾਹ ਵੀ ਤੁਹਾਡੇ ਕੋਲ ਜਿਹੜੀ ਪੋਥੀ ਹੈ, ਜਿਹੜੀ ਤੁਹਾਡੇ ਕੋਲ ਅੰਮ੍ਰਿਤ ਬਾਣੀ ਤੁਹਾਨੂੰ ਫੁਰਦੀ ਹੈ, ਉਹ ਬਾਣੀ ਤੁਸੀਂ ਇਸ ਪੋਥੀ ਵਿੱਚ ਲਿਖ ਲੈਂਦੇ ਹੋ, ਤੁਹਾਡੀ ਜਿਹੜੀ ਵਿਚਾਰਧਾਰਾ ਇਸ ਪੋਥੀ ਦੇ ਵਿੱਚ ਹੈ। ਕਿਉਂਕਿ ਮੁਸਲਮਾਨ ਅਸੀਂ ਪੋਥੀ ਕਹਿੰਦੇ ਹਾਂ, ਅਸੀਂ ਜੋ ਸੈਂਚੀ ਕਹਿੰਦੇ ਹਾਂ,
ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਕਹਿੰਦੇ ਹਾਂ, ਪਰ ਉਹਨਾਂ ਦੇ ਧਾਰਮਿਕ ਗ੍ਰੰਥ ਨੂੰ ਵੀ ਉਹ ਕਿਤਾਬ ਹੀ ਕਹਿੰਦੇ ਨੇ। ਬਸ ਜ਼ਿਆਦਾ ਜ਼ਿਆਦਾ ਆਪਣੀ ਧਾਰਮਿਕ ਗ੍ਰੰਥ ਨੂੰ ਮੁਕੱਦਸ ਕਿਤਾਬ ਕਹਿ ਦਿੰਦੇ ਹਨ। ਉਹਨਾਂ ਵਿੱਚ ਬਹੁਤੇ ਲਫ਼ਜ਼ ਨਹੀਂ ਹਨ। ਉਹ ਆਪਣੇ ਧਾਰਮਿਕ ਗ੍ਰੰਥ ਨੂੰ, ਕੁਰਾਨ ਸ਼ਰੀਫ ਨੂੰ ਵੀ ਮੁਕੱਦਸ ਕਿਤਾਬ ਵੀ ਕਹਿੰਦੇ ਨੇ। ਮੁਕੱਦਸ ਦਾ ਅਰਥ ਹੁੰਦਾ ਪਵਿੱਤਰ ਕਿਤਾਬ। ਅਤੇ ਉਹ ਮਨ ਵਿੱਚ ਇਹ ਵਿਚਾਰ ਕੀਤੀ, ਬਾਬੇ ਨਾਨਕ ਜੀ ਨੂੰ ਪੁੱਛਿਆ ਵੀ ਆਪਣੀ ਜਿਹੜੀ ਪੋਥੀ ਹੈ, ਕਿਤਾਬ ਤੁਹਾਡੇ ਕੋਲ ਜਿਹੜੀ ਹੈ, ਅਤੇ ਇਹਨੂੰ ਖੋਲ੍ਹ ਕੇ ਦੱਸੋ, ਇਸ ਦੇ ਵਿੱਚ ਤੁਸੀਂ ਕੀ ਲਿਖਿਆ ਹੋਇਆ ਵੀ ਮੁਸਲਮਾਨ ਧਰਮ ਵੱਡਾ ਕਿ ਹਿੰਦੂ ਧਰਮ ਵੱਡਾ। ਅਤੇ ਗੁਰੂ ਨਾਨਕ ਪਾਤਸ਼ਾਹ ਕਹਿਣ ਲੱਗੇ, ਜੇ ਤੁਸੀਂ ਪੁੱਛਣਾ ਚਾਹੁੰਦੇ ਹੋ ਕਿ ਮੇਰੀ ਪੋਥੀ 'ਚ ਦੇ ਮੁਤਾਬਿਕ ਕੌਣ ਵੱਡਾ, ਮੇਰੇ ਕੋਲ ਜਿਹੜੀ ਵਿਚਾਰ ਰੱਬੀ ਕਲਾਮ ਆਇਆ, ਰੱਬ ਦੀ ਬਾਣੀ ਜਿਹੜੀ ਆਉਂਦੀ, ਉਸ ਦੇ ਮੁਤਾਬਿਕ, ਜੋ ਰੱਬੀ ਗਿਆਨ ਮੇਰੇ ਕੋਲ, ਉਸ ਦੇ ਮੁਤਾਬਿਕ ਤਾਂ ਸੱਚ ਇਹ ਹੈ। ਸਤਿਗੁਰ ਆਖਣ ਲੱਗੇ, ਬਾਬਾ ਆਖੈ ਹਾਜੀਆਂ ਸ਼ੁਭ ਅਮਲਾ ਬਾਜੋ ਦੋਨੋਂ ਲੋਈ। ਸਤਿਗੁਰ ਕਹਿੰਦੇ ਨੇ, ਹੇ ਹਾਜੀਓ ਗੱਲ ਸੁਣੋ, ਕਹਿੰਦੇ ਸ਼ੁਭ ਅਮਲ ਤੋਂ ਬਿਨਾਂ ਦੋਨੇ ਹੀ ਰੋਈ ਦਾ ਅਰਥ ਹੈ ਦੁਖੀ ਹਨ। ਹਿੰਦੂ ਵੀ ਦੁਖੀ ਨੇ, ਮੁਸਲਮਾਨ ਵੀ ਦੁਖੀ ਨੇ, ਕਿਉਂਕਿ ਸ਼ੁਭ ਅਮਲ ਜੀਵਨ ਵਿੱਚ ਨਹੀਂ ਹਨ। ਇਸ ਦਾ ਅਰਥ ਹੈ ਕਿ ਸ਼ੁਭ ਅਮਲ ਹੀ ਮਨੁੱਖ ਨੂੰ ਸੁਖੀ ਕਰ ਸਕਦੇ ਨੇ। ਜੇ ਸ਼ੁਭ ਅਮਲ ਸਿੱਖ ਦੀ ਜ਼ਿੰਦਗੀ 'ਚ ਨਹੀਂ ਪਿਆਰਿਓ, ਤਾਂ ਸਿੱਖ ਵੀ ਦੁਖੀ ਹੈ, ਉਹ ਵੀ ਸੁਖੀ ਨਹੀਂ ਰਹਿ ਸਕਦਾ। ਸ਼ੁਭ ਅਮਲਾਂ ਨੇ ਸੁਖੀ ਕਰਨਾ ਸਾਨੂੰ। ਜੇ ਸਾਡੇ ਅਮਲ ਸਹੀ ਨਹੀਂ ਤਾਂ ਸਾਨੂੰ ਕੋਈ ਵੀ ਸੰਸਾਰ 'ਚ ਸੁਖੀ ਨਹੀਂ ਕਰ ਸਕਦਾ। ਇਸ ਕਰਕੇ ਹੁਣ ਭਗਤ ਕਬੀਰ ਸਾਹਿਬ ਕਹਿਣ ਲੱਗੇ, ਗੱਲ ਦੋਨੋਂ ਆਪਸ ਵਿੱਚ ਝਗੜਾ ਕਰਦੇ ਹੈ ਕਿ ਸੱਚਾ ਕੌਣ ਹੈ, ਵੱਡਾ ਕੌਣ ਹੈ। ਬਸ ਸਾਨੂੰ ਵਡਿਆਈ ਮਿਲ ਜਾਵੇ, ਦੂਜੀ ਕਹਿੰਦੇ ਸਾਨੂੰ ਵਡਿਆਈ ਮਿਲ ਜਾਏ, ਪਰ ਤੇਰੀ ਗਤ ਦੋਹੂ ਨਾ ਪਾਈ। ਕਹਿਣ ਲੱਗੇ, ਇਹ ਸਮਝ ਦੋਹਾਂ ਧਿਰਾਂ ਨੂੰ ਨਾ ਪਈ ਕਿ ਪ੍ਰਭੂ ਤੂੰ ਕਿਹੋ ਜਿਹਾ ਹੈ, ਵੀ ਰੱਬ ਕਿੱਦਾਂ ਦਾ ਹੈ, ਅੱਲਾਹ ਤਾਲਾ ਕਿੱਦਾਂ ਦਾ ਹੈ। ਇਹ ਗੱਲ ਦੋਵਾਂ ਨੂੰ ਨਹੀਂ ਪਤਾ ਵੀ ਰੱਬ ਕਿੱਦਾਂ ਦਾ, ਕਿਹੋ ਜਿਹਾ ਹੈ। ਅਤੇ ਦੋਨਾਂ ਧਿਰਾਂ ਦੇ ਵਿੱਚ ਆਪਸ ਵਿੱਚ ਲੜਾਈ ਪਈ ਹੋਈ ਹੈ ਵੀ ਸਾਡਾ ਅੱਲਾ ਚੰਗਾ, ਦੂਜਾ ਕਹਿੰਦਾ ਸਾਡਾ ਰਾਮ ਚੰਗਾ। ਇਸ ਕਰਕੇ ਗੁਰਮਤਿ ਨੇ ਸਾਨੂੰ ਸੋਝੀ ਦਿੱਤੀ, ਭਾਈ ਜੀਵਨ ਦੇ ਵਿੱਚ ਅੱਲਾ ਕਹਿਣ ਨਾਲ, ਰਾਮ ਕਹਿਣ ਦੇ ਨਾਲ ਕੋਈ ਖੁਦਾ ਕਹਿ ਲਵੇ, ਕੋਈ ਹੋਰ ਨਾਮ ਦੇ ਨਾਲ ਉਹਨੂੰ ਪੁਕਾਰ ਲਵੇ, ਗੱਲ ਇਹ ਨਹੀਂ ਹੈ। ਗੱਲ ਇਹ ਹੈ ਕਿ ਉਸ ਮਨੁੱਖ ਦੇ ਅਮਲ ਕਿੱਦਾਂ ਦੇ ਹਨ, ਖੁਦਾ ਦੇ ਉੱਤੇ ਅਕੀਦਾ ਕਿੱਦਾਂ ਦਾ ਹੈ, ਰੱਬ ਦੇ ਭੈ ਵਿੱਚ ਉਹ ਰਹਿੰਦਾ ਕਿ ਨਹੀਂ ਰਹਿੰਦਾ। ਖੇਡ ਤਾਂ ਬਣਨੀ ਹੈ ਨਾ ਜੀਵਨ 'ਚ। ਇਸ ਕਰਕੇ ਭਗਤ ਜੀ ਕਹਿਣ ਲੱਗੇ, ਕਹਿੰਦੇ ਦੋਨਾਂ ਨੂੰ ਇਹ ਸਮਝ ਜਿਹੜੀ ਹੈ ਉਹ ਨਾ ਪਈ, ਔਰ ਉਹਨਾਂ ਨੂੰ ਪਤਾ ਹੀ ਨਹੀਂ ਕਿ ਅਸਲ ਵਿੱਚ ਰੱਬ ਕਿੱਦਾਂ ਦਾ, ਕਿਵੇਂ ਦਾ ਪਰਮਾਤਮਾ। ਫਿਰ ਅਗਲੇ ਬਚਨ ਕੀਤੇ, ਕਹਿਣ ਲੱਗੇ, ਕਵਿਤ ਪੜ੍ਹੇ ਪੜ੍ਹ ਕਵਿਤਾ ਮੂਏ, ਕਪੜ ਕਿਦਾ ਰਹਿ ਜਾਈ। ਵਿਦਵਾਨ ਕਈ ਲੋਕ ਜਿਹੜੇ ਕਵੀ ਲੋਕ ਹੁੰਦੇ ਸਨ, ਕਈ ਕਵੀ ਲੋਕ ਕੀ ਕਰਦੇ ਸਨ, ਆਪੋ ਆਪਣੀ ਕਾਵਿ ਰਚਨਾ ਪੜ੍ਹਨ ਔਰ ਉਸ ਵਿੱਦਿਆ ਦੇ ਉੱਤੇ ਮਾਣ ਕਰਦੇ ਸਨ ਵੀ ਸਾਡੇ ਵਰਗੀ ਕਵਿਤਾ ਕੋਈ ਨਹੀਂ ਰਚ ਸਕਦਾ, ਸਾਡੀ ਕਵਿਤਾ ਸਭ ਤੋਂ ਉੱਤਮ ਦਰਜੇ ਦੀ ਹੈ। ਅਤੇ ਉਹ ਇਸ ਮਾਣ ਦੇ ਵਿੱਚ ਕਹਿੰਦੇ ਮਸਤ ਨੇ ਅਤੇ ਆਤਮਿਕ ਮੌਤ ਮਰ ਰਹੇ ਹਨ। ਕਪੜ ਕੇਦਾਰ ਜਾਈ, ਕਪੜ ਦਾ ਅਰਥ ਹੁੰਦਾ ਕਾਪੜੀ ਆਦਿਕ ਸਾਧੂ ਕੇਦਾਰਾਂ ਆਦਿਕ ਤੀਰਥਾਂ 'ਤੇ ਜਾ ਕੇ ਆਪਣਾ ਜੀਵਨ ਵਿਅਰਥ ਗਵਾਉਂਦੇ ਹਨ। ਭਗਤ ਕਬੀਰ ਸਾਹਿਬ ਕਹਿ ਰਹੇ ਹਨ ਕਿ ਉਹ ਕੀ ਕਰਦੇ ਹਨ, ਤੀਰਥਾਂ ਆਦਿਕ 'ਤੇ ਜਾ ਕੇ ਆਪਣੇ ਜੀਵਨ ਨੂੰ ਅਜਾਈਂ ਗਵਾਉਂਦੇ ਹਨ। ਜੀਵਨ ਵਿੱਚੋਂ ਕੋਈ ਖੁਦਾਈ ਪੈਗਾਮ ਉਹਨਾਂ ਦੇ ਜੀਵਨ 'ਚ ਪ੍ਰਗਟ ਨਹੀਂ ਹੁੰਦਾ, ਸੱਚ ਉਹਨਾਂ ਦੇ ਜੀਵਨ 'ਚ ਪ੍ਰਗਟ ਨਹੀਂ ਹੁੰਦਾ। ਕੁਛ ਐਸੇ ਨੇ ਜਿਹੜੇ ਕਿ ਕਾਵਿ ਰਚਨਾ ਕਰਕੇ ਔਰ ਆਪਣੀ ਕਵਿਤਾ ਨੂੰ ਉੱਤਮ ਸਮਝ ਕੇ ਉਹਦਾ ਮਾਣ ਕਰ ਰਹੇ ਹਨ ਵੀ ਸਾਡੇ ਵਰਗਾ ਕਵੀ ਕੋਈ ਨਹੀਂ, ਸਾਡੇ ਵਰਗੀ ਕਵਿਤਾ ਕਿਸੇ ਕੋਲ ਨਹੀਂ। ਅਤੇ ਉਸ ਮਾਣ ਦੇ ਵਿੱਚ, ਵਿਦਿਆ ਦੇ ਮਾਣ ਵਿੱਚ ਹੀ ਮਸਤ ਹੋਏ ਹੋਏ ਹਨ। ਇਹ ਗੱਲ ਜੀਵਨ 'ਚ ਯਾਦ ਰੱਖਿਓ, ਅਹੰਕਾਰ ਕਿਸੇ ਵੀ ਚੀਜ਼ ਦਾ ਹੋਏਗਾ ਉਹ ਕਦੇ ਰੱਬ ਦੇ ਨੇੜੇ ਨਹੀਂ ਹੋਣ ਦੇਗਾ, ਕਿਉਂਕਿ ਹਉਮੈ ਨਾਮੈ ਨਾਲ ਵਿਰੋਧ ਹੈ। ਜਬ ਹਮ ਹੋਤੇ ਤਬ ਤੂੰ ਨਾਹੀਂ, ਅਬ ਤੂੰ ਹੀ ਮੈਂ ਨਾਹੀਂ। ਇਹ ਗੁਰਮਤਿ ਦੇ ਅਟਲ ਸਿਧਾਂਤ ਨੇ ਸਤਿਗੁਰਾਂ ਜੀ ਦੇ, ਵੀ ਜਦੋਂ ਮਨੁੱਖ ਦੇ ਵਿੱਚ ਮੈਂ ਹੁੰਦੀ ਹੈ ਨਾ, ਹੰਕਾਰ ਹੁੰਦਾ ਹੈ,
ਜੱਟਾਂ ਤੂੰ ਪ੍ਰਥਕ ਤੌਰ ਤੋਂ ਉਹਦੇ ਅੰਦਰ ਪ੍ਰਗਟ ਹੀ ਨਹੀਂ ਹੁੰਦਾ। ਤੂੰ ਵਾਲੀ ਜਿਹੜੀ ਵਿਚਾਰ ਹੈ ਵੀ ਸਭ ਕੁਝ ਤੂੰ ਹੀ ਹੈ, ਉਹ ਵਿਚਾਰ ਪ੍ਰਗਟ ਨਹੀਂ ਹੁੰਦੀ। ਤੇ ਕਹਿੰਦੇ ਇਹ ਵਿਚਾਰ ਭਗਤ ਜੀ ਕਹਿੰਦੇ ਕਵਿਤ ਪੜੇ ਪੜ ਕਵਿਤਾ ਮੂਏ ਕਪਟ ਕੇਦਾਰ ਜਾਈ। ਤੇ ਜਿਹੜੇ ਕਾਪੜੀ ਹਨ ਉਹ ਸਾਧੂ ਕੇਦਾਰ ਆਦਿਕ ਤੀਰਥਾਂ ਤੇ ਜਾ ਕੇ ਆਪਣਾ ਜੀਵਨ ਵਿਅਰਥ ਗਵਾ ਰਹੇ ਹਨ। ਜਟਾ ਧਾਰ ਧਾਰ ਜੋਗੀ ਮੂਏ ਤੇਰੀ ਗਤ ਇਨ੍ਹਾਂ ਨਾ ਪਾਈ। ਜੋਗੀ ਲੋਕ ਕੀ ਕਰਦੇ ਨੇ, ਜਟਾਂ ਰੱਖ ਰੱਖ ਕੇ ਇਹ ਸਮਝਦੇ ਹਨ ਕਿ ਇਹੀ ਰਾਹ ਠੀਕ ਹੈ। ਜਟਾ ਰੱਖ ਲੈਣੀਆਂ ਪਾਓ ਕਿ ਕੇਸਾਂ ਨੂੰ ਕਦੇ ਕੰਗੀ ਨਾ ਕਰਨੀ ਤੇ ਉਹਨਾਂ ਦੀ ਜਟਾ ਬਣਾ ਲੈਣੀ। ਕੇਸ ਜੋ ਇਕੱਠੇ ਹੋ ਜਾਂਦੇ ਸਨ ਆਪਸ ਵਿੱਚ ਜਟਾ ਬਣ ਜਾਂਦੀਆਂ ਸਨ। ਉਹਨਾਂ ਜਟਾਵਾਂ ਨੂੰ ਸੁਆ ਪਾ ਪਾ ਕੇ ਔਰ ਜੋ ਉਸ ਵਿੱਚ ਹੀ ਮਸਤ ਨੇ ਵੀ ਅਸੀਂ ਜਟਾਂ ਰੱਖੀਆਂ ਹੋਈਆਂ ਨੇ ਤੇ ਇਹ ਮਾਰਗ ਠੀਕ ਹੈ। ਉਸ ਕੰਮ ਦੇ ਵਿੱਚ ਹੀ ਮਸਤ ਹੋਏ ਹੋਏ ਹਨ। ਭਗਤ ਕਬੀਰ ਸਾਹਿਬ ਜੀ ਕਹਿੰਦੇ ਇਹਨਾਂ ਨੂੰ ਭੁਲੇਖਾ ਇਹ ਪੈ ਗਿਆ ਵੀ ਇਹੀ ਮਾਰਗ ਠੀਕ ਹੈ, ਵੀ ਜਟਾਵਾਂ ਅਸੀਂ ਬਣਾ ਲਈਆਂ, ਜਟਾਵਾਂ ਰੱਖ ਲਈਆਂ। ਭਗਤ ਕਬੀਰ ਸਾਹਿਬ ਕੇਸਾਂ ਨੂੰ ਨਹੀਂ ਕਹਿ ਰਹੇ, ਜਟਾਵਾਂ ਨੂੰ ਕਹਿ ਰਹੇ ਇੱਥੇ। ਜਿਹੜੇ ਲੋਕ ਜਟਾ ਧਾਰੀ, ਜਿਹੜੇ ਜਟਾ ਬਣਾ ਲੈਂਦੇ ਸਨ ਕੇਸਾਂ ਦੀ, ਜਿਹੜਾ ਦਿੱਤਾ ਹੋਇਆ ਪਰਮਾਤਮਾ ਦਾ ਇਹ ਸਰੀਰ ਹੈ ਔਰ ਸਰੀਰ ਦੇ ਉੱਤੇ ਜਿਹੜੇ ਕੇਸ ਨੇ ਇਹਨਾਂ ਦੀ ਹਿਫਾਜ਼ਤ ਕਰਨੀ ਇਹ ਸਾਡਾ ਫਰਜ਼ ਹੈ। ਇਸ ਕਰਕੇ ਗੁਰੂ ਸਾਹਿਬ ਨੇ ਸਾਡੇ ਉੱਤੇ ਤਾਂ ਬੜਾ ਪਰਉਪਕਾਰ ਕੀਤਾ ਕਿ ਕੇਸ ਗੁਰੂ ਕੀ ਮੋਹਰ ਸਫਾਈ ਵਾਸਤੇ ਕੰਘੀ ਦਿੱਤੀ ਕਿ ਸਿੱਖ ਦੇ ਕਦੀ ਜਟਾ ਨਾ ਬਣੇ। ਸਿੱਖ ਹਰ ਰੋਜ਼ ਆਪਣੇ ਕੇਸਾਂ ਨੂੰ ਸਾਫ਼ ਕਰੇ ਔਰ ਇਹ ਵੀ ਪ੍ਰਤੀਕ ਹੈ ਕੇਸਾਂ ਨੂੰ ਸਾਫ਼ ਕਰਨ ਦਾ ਅਰਥ ਹੈ ਜਿਵੇਂ ਕੇਸਾਂ ਨੂੰ ਕੰਘੀ ਨਾਲ ਸਿੱਖ ਨੇ ਸਾਫ਼ ਕਰਨਾ ਹੈ, ਉਸ ਤਰ੍ਹਾਂ ਹਰ ਰੋਜ਼ ਆਪਣੇ ਮਨ ਨੂੰ ਗੁਰੂ ਦੀ ਵਿਚਾਰਧਾਰਾ ਰਾਹੀਂ ਨਿਰਮਲ ਕਰਨਾ ਹੈ, ਸਾਫ਼ ਕਰਨਾ ਹੈ। ਪਰ ਉਹਨਾਂ ਨੇ ਸੋਚਿਆ ਵੀ ਸ਼ਾਇਦ ਇਹੀ ਰਸਤਾ ਪਵਿੱਤਰ ਹੈ। ਕਹਿੰਦੇ ਜਟਾ ਧਾਰ ਧਾਰ ਜੋਗੀ ਮੂਹੇ, ਉਹ ਵੀ ਆਤਮਿਕ ਮੌਤ ਮਰ ਰਹੇ ਹਨ ਤੇ ਤੇਰੀ ਗਤ ਇਹਨਾਂ ਨਾ ਪਾਈ। ਭਗਤ ਜੀ ਕਹਿੰਦੇ ਹੇ ਪ੍ਰਭੂ ਤੇਰੀ ਜਿਹੜੀ ਸੂਝ ਹੈ ਨਾ ਇਹਨਾਂ ਲੋਕਾਂ ਨੂੰ ਵੀ ਨਹੀਂ ਪਈ। ਬਿਨਾਂ ਲੋਕਾਂ ਨੂੰ ਵੀ ਕਿਤੇ ਸਮਝ ਆ ਜਾਂਦੀ, ਸੋਝੀ ਆ ਜਾਂਦੀ, ਕਿਉਂਕਿ ਇਹਨਾਂ ਲੋਕਾਂ ਨੇ ਜੋਗੀਆਂ ਨੇ ਘਰ-ਬਾਰ ਵੀ ਤਿਆਗਿਆ, ਸਭ ਕੁਝ ਕੀਤਾ, ਜਟਾਵਾਂ ਬਣਾ ਲਈਆਂ, ਸਭ ਤੋਂ ਵੱਖਰੇ ਹੋ ਗਏ। ਪਰ ਇਹਨਾਂ ਨੂੰ ਵੀ ਹੇ ਪ੍ਰਭੂ ਜੀ, ਹੇ ਪਰਮਾਤਮਾ ਜੀ ਤੇਰੀ ਸੋਝੀ ਜਿਹੜੀ ਉਹ ਪ੍ਰਾਪਤ ਨਹੀਂ ਹੋਈ, ਤੇਰੀ ਸਮਝ ਨਹੀਂ ਇਹਨਾਂ ਨੂੰ ਵੀ ਪਈ। ਜਟਾ ਰੱਖਣ ਦਾ ਇੱਕ ਹੋਰ ਕਾਰਨ ਸੀ। ਉਹ ਕਹਿੰਦੇ ਸਨ ਵੀ ਇਹ ਕੇਸ ਜਿਹੜੇ ਨੇ ਇਹ ਕੁਦਰਤੀ ਹਨ। ਇਹ ਗੱਲ ਬਿਲਕੁਲ ਹੈ ਕਿ ਸਰੀਰ ਦੇ ਨਾਲ ਪਰਮਾਤਮਾ ਨੇ ਕੇਸ ਦਿੱਤੇ ਨੇ। ਜੇ ਪਰਮਾਤਮਾ ਕੇਸ ਨਾ ਚਾਹੁੰਦਾ ਤੇ ਉਹ ਫਿਰ ਸਾਡੇ ਸਰੀਰ ਤੇ ਉਗਾਉਂਦਾ ਹੀ ਨਾ। ਜੇ ਕਿਤੇ ਕੇਸ ਦੀ ਲੋੜ ਨਹੀਂ ਸੀ ਨਾ ਸਾਨੂੰ, ਫਿਰ ਕੇਸ ਉਗਾਉਣੇ ਨਹੀਂ ਸਨ। ਔਰ ਤੁਸੀਂ ਦੇਖੋ ਕਿ ਪਰਮਾਤਮਾ ਦੀ ਖੇਡ ਐਸੀ ਹੈ ਕਿ ਇਸਤਰੀ ਨੂੰ ਦਾੜੀ ਨਹੀਂ ਦਿੱਤੀ, ਮਰਦ ਨੂੰ ਦਾੜੀ ਦਿੱਤੀ ਹੈ, ਪਹਿਚਾਨ ਵੀ ਰਵੇ। ਪਰ ਇਸ ਹੰਕਾਰ ਦੇ ਵਿੱਚ ਜੋਗੀ ਲੋਕ ਚੂਰ ਹੁੰਦੇ ਸਨ ਵੀ ਅਸੀਂ ਕੁਦਰਤ ਨਾਲ ਜੁੜੇ ਹੋਏ ਹਾਂ, ਅਸੀਂ ਜਟਾ ਧਾਰੀਆਂ, ਅਸੀਂ ਕੁਦਰਤ ਨਾਲ ਜੁੜੇ ਹੋਏ ਹਾਂ, ਅਸੀਂ ਘਰ-ਬਾਰ ਤਿਆਗ ਦਿੱਤਾ ਹੈ, ਅਸੀਂ ਕਿਸੇ ਨਾਲ ਕੋਈ ਮੋਹ ਨਹੀਂ ਪਾਇਆ। ਪਰ ਗੱਲ ਤਾਂ ਇਹ ਹੈ ਕਿ ਜੀਵਨ ਇੱਦਾਂ ਦਾ ਬਣ ਗਿਆ ਕਿ ਗ੍ਰਹਿ ਤਜ ਬੰਦਖੰਡ ਜਾਈਏ ਚੁਨ ਖਾਈਏ ਕੰਧਾ, ਅਜੂਹ ਵਿਕਾਰ ਨ ਛੋਡੀ ਪਾਪੀ ਮਨ ਬੰਦਾ, ਕਿਉਂ ਛੂਟੋਂ ਕੈਸੇ ਤਰੋਂ ਭਵਜਲ ਨਿਦਵਾਰੀ, ਰਾਖ ਰਾਖ ਮੇਰੇ ਬੀਠਲਾ ਜਨ ਸਰਨ ਤੁਮਾਰੀ। ਗੱਲ ਤਾਂ ਇਹ ਹੋ ਗਈ ਕਿ ਵਿਖੇ ਵਿਖੇ ਕੀ ਵਾਸਨਾ ਤਜੀ ਨਾ ਜਾਈ। ਵਾਸਨਾ ਇਕੱਠੀ ਹੋ ਗਈ ਜੀਵਨ 'ਚ ਤੇ ਉਹ ਵਾਸਨਾ ਜਿਹੜੀ ਉਹ ਛੱਡੀ ਨਹੀਂ ਜਾਂਦੀ। ਜਿਹੜੀ ਵਾਸਨਾਵਾਂ ਇਕੱਠੀ ਕਰ ਲਈ ਨਾ ਥਾਂ ਥਾਂ ਦੀ, ਉਹ ਵਾਸਨਾ ਵੱਧਦੀ ਚਲੀ ਜਾਂਦੀ। ਇਸ ਕਰਕੇ ਭਗਤ ਕਬੀਰ ਸਾਹਿਬ ਕਹਿੰਦੇ ਇਹਨਾਂ ਨੇ ਵੀ ਹੇ ਪ੍ਰਭੂ ਤੇਰੀ ਸੂਝ ਤੇਰੀ ਸਮਝ ਇਹਨਾਂ ਲੋਕਾਂ ਨੂੰ ਵੀ ਨਹੀਂ ਪਈ। ਫਿਰ ਅਗਲੇ ਬਚਨ ਕੀਤੇ, ਕਹਿਣ ਲੱਗੇ ਦਰਬ ਸੰਚ ਸੰਚ ਰਾਜੇ ਮੂਏ। ਦਰਬ ਦਾ ਅਰਥ ਹੁੰਦਾ ਪੈਸੇ, ਧਨ। ਕਹਿੰਦੇ ਜਿਹੜੇ ਰਾਜੇ ਨੇ ਉਹਨਾਂ ਨੇ ਧਨ ਜੋੜ ਜੋੜ ਕੇ ਆਪਣੀ ਸਾਰੀ ਉਮਰ ਹੀ ਗਵਾ ਲਈ। ਬਸ ਉਹਨਾਂ ਦਾ ਇੱਕੋ ਹੀ ਏਮ ਰਿਹਾ ਵੀ ਧਨ ਬਹੁਤਾ ਇਕੱਠਾ ਕਰ ਲਈਏ। ਜਿੰਨਾ ਧਨ ਵੱਧ ਇਕੱਠਾ ਕਰ ਲਵਾਂਗੇ ਲੋਕਾਂ ਦੀ ਨਜ਼ਰ ਵਿੱਚ ਅਸੀਂ ਵੱਡੇ ਰਵਾਂਗੇ। ਲੋਕਾਂ ਦੀ ਨਜ਼ਰ ਵਿੱਚ ਡਰ ਰਹੇਗਾ ਵੀ ਇਸ ਦੇ ਕੋਲ ਪੈਸਾ ਬਹੁਤ ਜ਼ਿਆਦਾ ਹੈ, ਇਹ ਬੜਾ ਧਨੀ ਮਨੁੱਖ ਹੈ। ਇਸ ਕਰਕੇ ਇੱਕ ਐਸਾ ਡਰ ਜਿਹੜਾ ਸੀ ਉਹ ਪੈਦਾ ਹੋ ਗਿਆ
पैदा करने वास्ते वो पूरी जिंदगी धन इकट्ठा ही करते रहे, संचते रहे। ते नाल कहना गढ़ले कंचन भारी, उन्हां सोने आदिक दे ढेर पाओ, खजाने धरती विच दब लए। गढ़ले का अर्थ गढ़ लए पाओ कि सोने आदिक नूं उन्होंने धरती च गढ़ लिया। पुरातन समा ये हुंदा सी कि जदों किसी कोल सोना चांदी ये गहने इकट्ठे हो जाते सन तो लोग धरती विच उस सोने नूं दब देंदे सन, भांडे च पा के। भगत कबीर साहब कहते ने मैं नेड़े होके वेख्या भी राजे लोग जिहड़े ने वो धन जोड़ जोड़ के उम्र गवा गए तो सोने चांदी आदि दे ढेर ला के खजाने धरती विच दब लए, और इस गल दे विच ही पूरी उम्र गवा ली भी होर धन इकट्ठा कर ली, होर इकट्ठा कर लीए। वो धन दे पिछे ही दौड़ते रहे। भावें राजपाठ मिल गया, सुख सहूलतां मिल गई, पर सुख सहूलतां राजपाठ मिलन तो बाद भी उन्होंने रब वाला पासा नहीं चुनिया, अज्ञानता के हन्ने दे विच ही रहे। जमां दी फाई जीवन दे विच पई रही, जिहड़े भी काम उन्होंने कीते भी, जे दान पुण्य राजे करते भी रहे तो हंकार दे वस होके करते रहे सारे। फिर भगत जी कहते ने, कहते वेद पढ़े पढ़ पंडित मूए, रूप देख देख नारी। जिहड़े पंडित लोग ने वेद पाठी होण दे हंकार दे विच खपदे हन, वो कहते सानू वेदां दा पाठ आउंदा है, और वेद पाठी होण दा बड़ा हंकार है, बड़ा गुमान है। तो इस तरह जो आत्मिक मौत मरदे ने। तो गुरु अर्जन देव जी महाराज ने ताई आख्या भी पाठ पढ़ियो और वेद विचारियो, निवल भयंगम साधे, पंच जनासो संग न छुटक्यो अधिक, अहंग बुध बाधे, प्यारे इन विद मिलन ना जाइए। भी ये ढंग मिलाप का नहीं परमात्मा दे। भी तुसी सोचो भी इस ढंग दे नाल शायद रब जी का मिलाप हासिल हो जाएगा, रब की नेड़ता सानू हासिल हो जाएगी। इस ढंग दे नाल रब नेड़े नहीं, सगों हंकार वध जांदा है। पंज विकार तां जीवन चों कित्थे छुटने सन, वो तो जीवन चों पासे नहीं होए, हंकार होर वध गया भी मैं वेद पाठी हाँ तो मैं पाठ करदा। ये भी हंकार मनुख नूं लैके डुब जाता है। और आत्मिक मौत असल विच ग्रंथां दा पाठ, भावें कोई गुरु ग्रंथ साहब का पाठ करता है, भावें कोई वेदां का पाठ करता है, कुरान का पाठ करता है, होर भी किसी ग्रंथ का कोई पाठ करता, उसका अर्थ तो यही सी कि उत्थों ज्ञान लैके अपने जीवन दे विच लागू करना, जीवन नूं चंगे पासे लाना। क्योंकि धर्म का जिहड़ा बहुता ज्ञान है वो मनुख नूं समझाउण वास्ते ही है। कुछ ग्रंथ ने जिहड़े कि कर्म कांड की गल्लां करदे ने, उन्हां विच भी विच नूं ज्ञान की गल सानूं मिल जाती है, जो साडे जीवन दे विच बहुत सारे कर्म कांडां तो सानू वरजदी है। पर मनुख केवल उस दे विचों ज्ञान ना लैके, उसदी विचार ना करके, जे विचार भी कर लई, पाठ भी कर ले, पर उसनों अपने जीवन च लागू ना करना। गुरमत कहती है जे तू बाणी पढ़दा है, गुरु की हजूरी च आउंदा है, तो जरूरी है कि गुरु की गल नूं अपने जीवन च वसा। पाठ करन दा ताई लाभ है तैनूं, गुरु साहब दे दर ते आके नतमस्तक होण दा, सेवा करन दा ताई लाभ है जे जीवन दे विचों कुछ गुरु कोलों सीख के गुरु की गल नूं अपने जीवन का आधार बनाए। नहीं तो कोई लाभ नहीं तेरे गाण दा, सुनन दा, पढ़न दा। तू आया जरूर है। महाराज कहते सेवक सिख पूजन सब आमै सब गामै, हर हर उत्तम बाणी। गाविया सुनिया तिनका हर थाएं पावे, जिन सतगुर की आग्या सत सत करमानी। गल तो यह है कि सतगुर दे हुक्म नूं सिख ने सत करके मनना है, अटल करके मनना है। आखिरी फैसला है सिख वास्ते गुरु का हुक्म। अपने गुरु के हुक्म तो जिहड़ा सिख आसे पासे नहीं हुंदा, समझ लो कि वह गुरु की नज़रां 'च प्रवान है। क्योंकि इत्थे तो सो सिख सका बंदब है भाई, जे गुर के भाने विच आवे। तो महाराज कहते आपने भाने जो चलै भाई, विछड़ चोटां खावे।
बिन सतगुर सुख कदे ना पावे भाई फिर पछतावे। सतगुर तो बिना सुख की प्राप्ति नहीं होनी। इत्थे तो गुरु साहब का सिख सखा संबंधी रिश्तेदार पुत्र वो है जिहड़ा कि गुरु के हुक्म नूं मनदा है। जिन्हां ने हुक्म नहीं मन्निया, भावें गुरु नानक पातशाह के पुत्र होण, गुरु अंगद देव जी दे, गुरु अमरदास महाराज जी दे, गुरु साहब नाल कोई वास्ता नहीं रखा, क्योंकि गुरु साहब जी का वास्ता उन्हां नाल है जिहड़े हुक्मी हैं, जिहड़े हुक्म मनण वाले हैं, आग्याकारी हैं। तो भगत कबीर साहब कहते ने मैं देखदा कि वेद पढ़े पढ़ पंडित मूहे ते नाल कहणगे रूप देख देख नारी। इस्त्रियां कहने सीसे विच अपना रूप तकण विच ही जिंदगी अजाई बिता रही हैं। पूरा दिन शीशे के मूहरे खड़े रहना, अपना रूप ही तकते रहना। कबीर साहब कहते मैं देखदा जिहड़ियां इस्त्रियां ने वो अपने रूप वाले पासे लगियां हुई, पूरा दिन शीशे के मूहरे खड़े रहना कहते, ते अजाई अपनी उम्र नूं बतीत कर लेना। गुरमत कहती है कि असल विच तेरा अंदरला जिहड़ा हिरदा है ना वो पवित्र होना चाहिए। इत्थे तां सही सुंदर सोहने साध संग जिन बहने, जिहड़े साध संगत विच आके बहंदा है ना वो सोहना है। ब्यूटी पार्लर जाण वाला, शीशे के मूहरे खड़ के अपने आप नूं हर वेले सवारन वाला, गुरमत ने उन्होंने सोहना नहीं मन्निया, सगों वो अपने जीवन नूं अजाई गवा रहा, एवें व्यर्थ गवा रहा। पूरा दिन शीशे के मूहरे खड़ी रहना, अपने रूप नूं तकी जाना। भगत कबीर साहब कहने जदों मैं देखदा हाँ तो इस्त्रियां शीशे विच अपने रूप तकन विच ही मस्त होईयां होईयां ते जिंदगी अजाई गवा रहीआं हन। इस्त्री होवे भावें पुरुष होवे, गल यह है कि जिहड़ा केवल अपने रूप नूं देखण च ही मस्त होया होया है तो उसकी जिंदगी अजाई जा रही है, व्यर्थ जा रही है। गुरमत तो महाराज कहने गली असी चंगियां आचारी बुरियां। गल्लां चंगियां कई बारी ते पर आचरण नहीं है, आचरण बनाना है। जिवें गुस्साखी माफ करना, जितना कोई शीशे के मूहरे खड़ेगा उसका आचरण नहीं बनना ना, उसने विकारां वाले पासे ही जाना है। शीशा क्योंकि मनुख नूं दूजे पासे लैके जांदा है, होर सोहना दिखण वास्ते बंदा यतन करदा है। इस करके गुरमत कहती गली असी चंगियां आचारी बुरियां, मनो कुसुदा कालियां बाहर चिटवियां। मनो कालियां हैं, मन दे विच विकार ने, विचार है जीवन च, ते गुरमत ने इस नूं प्रवान नहीं किया। गुरसिखो गुरमत कहती है भी ये चीज़ प्रवान नहीं, भी बाहर ਦਾ धार्मिक भेग भी होवे, भावें बाहर वैसे भी रूप रंग निखारिया होवे पर अंदर जीवन ना निखरिया तो गुरु साहब कहते ऐसा जीवन भी कोई लाभकारी नहीं है। गली असी चंगियां चारी बुरियां, मनुख कुसदा कालियां बाहर चिटवियां। रीसा करें नाड़ियां जो सेवे दर खड़ियां, नाल खसमें रतियां मन सुख रलियां। ते मारे कहते नानक जन्म सकारता जे तिन कै संग मिला। जन्म उन्हों का सफला जिहड़ा कि सत्संगत विच आके जिन्हों ने अपने जन्म नूं जीवन नूं सवारिया गुरु चरणों नाल जुड़ के, तो उन्होंने फिर जीवन सफला कर लिया जिन्हें सत्संगत करके अपने आप नूं भाल ले, रूप रंग तो बचा के अंदर का रूहानी जीवन हासिल कर लिया। तो असली रूप साडा जो सत्संगत विचों प्रगट होएगा। बाहरला रूप तो सिर्फ काम रूप है, विखावे का रूप है, वो साढ़े अंदर विचार पैदा करता है, वासनावां पैदा होनी है। कबीर साहब नूं तां करके कहना पिया, कहते जदों मैं देखदा जिहड़े पंडित लोग ने वो पाठी होने का मान हंकार करते हैं, इस्त्रियां शीशे विच अपनी सूरत नूं तक के ते अपनी जिंदगी नूं अजाई गवा रही हैं, अपने सही मार्ग तो वो थिड़क चुकियां। फिर कहन लगे राम नाम बिन सबे बिगुते देखो निरख शरीरा। कहते आपो अपने अंदर झात मार के वेख लवो। सारिਆਂ ਨੂੰ कहन लगे कबीर साहब भावें वो कोई भी कर्म कर रहा है, जिस तरह मर्जी जिंदगी जी रहा, ਜਿਹੜੇ ਜਿਹੜੇ कर्मां 'ਚ मनुख लग्या होया,
ਕਰਮ ਵੱਖਰੇ ਵੱਖਰੇ ਹੋ ਸਕਦੇ ਸਾਰਿਆਂ ਦੇ ਜੀਵਨ ਦੇ ਅੰਦਰ। ਭਗਤ ਜੀ ਕਹਿੰਦੇ ਨੇ ਕਿ ਆਪੋ ਆਪਣੇ ਅੰਦਰ ਨਾ ਝਾਤ ਮਾਰ ਕੇ ਵੇਖ ਲਵੋ, ਅੰਦਰ ਆਪਣੇ ਆਪ ਦਾ ਨਿਰੀਖਣ ਕਰਕੇ ਵੇਖ ਲਓ ਵੀ ਅਸੀਂ ਅੰਦਰ ਸਾਡੇ ਚੱਲ ਕੀ ਰਿਹਾ। ਕਹਿੰਦੇ ਰਾਮ ਨਾਮ ਬਿਨ ਸਭ ਵਿਗੋਤੇ, ਪਰਮਾਤਮਾ ਦੇ ਨਾਮ ਸਿਮਰਨ ਕਰਨ ਤੋਂ ਬਿਨਾਂ ਸਭ ਜੀਵ ਜਿਹੜੇ ਨੇ ਖੁਆਰ ਹੋ ਰਹੇ ਨੇ। ਹਰ ਵਿਸਰਤ ਸਦਾ ਖੁਆਰੀ ਹੈ, ਰੱਬ ਨੂੰ ਭੁਲਾ ਕੇ ਖੁਆਰੀ ਹੈ। ਪਰਮੇਸ਼ਰ ਤੇ ਭੁੱਲਿਆ ਵਿਆਪਨ ਸਭੇ ਰੋਗ ਵਾਲੀ ਅਵਸਥਾ ਹੈ। ਜਦੋਂ ਰੱਬ ਜੀ ਭੁੱਲ ਗਏ ਤਾਂ ਫਿਰ ਸਾਰੇ ਰੋਗ ਨੇ ਕਾਮ ਆਦਿਕ ਦੇ। ਹਰੀ ਪਰਮਾਤਮਾ ਵਿਸਰ ਗਿਆ ਤੇ ਖੁਆਰੀ ਪੱਕੀ ਹੈ। ਮਾਇਆ ਦੇ ਹੱਥੋਂ ਮਨੁੱਖ ਖੁਆਰ ਹੁੰਦਾ ਰਹਿੰਦਾ। ਇਸ ਕਰਕੇ ਭਗਤ ਜੀ ਕਹਿੰਦੇ ਸਾਰੇ ਆਪੋ ਆਪਣੇ ਅੰਦਰ ਝਾਤ ਮਾਰ ਕੇ ਵੇਖ ਲਓ, ਵੇਖੋ ਨਿਰਖ ਸਰੀਰ, ਆਪਣੇ ਸਰੀਰ ਦੇ ਅੰਦਰ ਆਪਣੇ ਅੰਦਰ ਝਾਤ ਮਾਰ ਕੇ ਵੇਖੋ, ਦੂਜੇ ਵੱਲ ਨਹੀਂ। ਪਹਿਲਾਂ ਸਾਰਿਆਂ ਦੀ ਗੱਲ ਦੱਸ ਦਿੱਤੀ, ਸਾਰਿਆਂ ਦੇ ਜੀਵਨ ਬਾਰੇ ਭਗਤ ਜੀ ਨੇ ਸ਼ਬਦ ਵਿੱਚ ਦੱਸ ਦਿੱਤਾ ਵੀ ਸੰਸਾਰ ਕੀ ਕੀ ਕਰ ਰਿਹਾ ਹੈ, ਲੋਕ ਕਿਸ ਪਾਸੇ ਤੁਰੇ ਹੋਏ ਨੇ, ਕਿੱਦਾਂ ਆਪਣੇ ਜੀਵਨ ਨੂੰ ਅਜਾਈ ਗਵਾ ਰਹੇ ਹਨ। ਔਰ ਫਿਰ ਲਾਸਟ ਕਹਿ ਦਿੱਤਾ ਵੀ ਹਰ ਇੱਕ ਬੰਦਾ ਆਪਣੇ ਆਪਣੇ ਅੰਦਰ ਝਾਤ ਮਾਰੋ। ਦੂਜੇ ਨੂੰ ਕਹਿਣ ਦੀ ਥਾਂ ਤੇ, ਦੂਜੇ ਨੂੰ ਸਮਝਾਉਣ ਦੀ ਥਾਂ ਤੇ ਆਪਣੇ ਅੰਦਰ ਝਾਤ ਮਾਰ ਕੇ ਵੇਖੋ। ਪਰਮਾਤਮਾ ਦੇ ਨਾਮ ਤੋਂ ਬਿਨਾਂ, ਉਹਦੇ ਸਿਮਰਨ ਤੋਂ ਬਿਨਾਂ ਜੀਵ ਸਾਰੇ ਕਹਿੰਦੇ ਖੁਆਰ ਹੋ ਰਹੇ ਹਨ, ਖੁਆਰੀ ਪੱਲੇ ਪੈ ਰਹੀ ਹੈ। ਫਿਰ ਕਹਿਣ ਲੱਗੇ ਭਗਤ ਕਬੀਰ ਸਾਹਿਬ ਜੀ, ਹਰ ਕੇ ਨਾਮ ਬਿਨ ਕਿਨਗਤ ਪਾਈ ਕਹਿ ਉਪਦੇਸ਼ ਕਬੀਰਾ। ਕਬੀਰ ਜੀ ਸਿੱਖਿਆ ਦੀ ਗੱਲ ਕਰਦੇ ਹਨ। ਕਹਿੰਦੇ ਪਰਮਾਤਮਾ ਦੇ ਨਾਮ ਤੋਂ ਬਿਨਾਂ ਕਿਸੇ ਨੂੰ ਜੀਵਨ ਦੀ ਸਹੀ ਸੋਚ ਜਿਹੜੀ ਹੈ ਉਹ ਪ੍ਰਾਪਤ ਨਹੀਂ ਹੋਈ। ਨਾਮ ਜਿਹੜਾ ਗੁਰੂ ਸਾਹਿਬ ਜੀ ਨੇ ਦਿੱਤਾ ਹੋਇਆ, ਨਾਮ ਇਹ ਬਾਣੀ ਹੈ, ਨਾਮ ਇਹ ਉਪਦੇਸ਼ ਹੈ, ਨਾਮ ਇਹ ਸਿੱਖਿਆ ਹੈ, ਇਹ ਗਿਆਨ ਹੈ ਜਿਹੜਾ ਗੁਰਬਾਣੀ ਦਾ ਗਿਆਨ ਹੈ, ਇਹੀ ਨਾਮ ਹੈ ਸਾਡੇ ਵਾਸਤੇ। ਔਰ ਸਿੱਖ ਨੇ ਇਸ ਗੁਰੂ ਕੀ ਸਿੱਖਿਆ ਨੂੰ ਹਰ ਵੇਲੇ ਚੇਤੇ ਰੱਖਣਾ ਵੀ ਗੁਰੂ ਸਾਹਿਬ ਜੀ ਦਾ ਮੇਰੇ ਵਾਸਤੇ ਗਿਆਨ ਕੀ ਹੈ। ਅਤੇ ਮੈਂ ਕਈ ਵਾਰੀ ਬੇਨਤੀ ਕਰਦਾ ਵੀ ਜ਼ਿਆਦਾ ਵੀ ਨਹੀਂ ਤਾਂ ਖਾਸ ਗੱਲਾਂ ਗੁਰਮਤਿ ਦੀ ਰਹਿਣੀ ਜਿਹੜੀ ਹੈ ਉਹ ਸਾਨੂੰ ਸਾਰਿਆਂ ਨੂੰ ਆਪਣੇ ਘਰ 'ਚ ਲਿਖ ਕੇ ਰੱਖਣੀ ਚਾਹੀਦੀ ਕਿ ਗੁਰਮਤਿ ਦੀ ਰਹਿਣੀ ਬਹਿਣੀ ਕੀ ਹੈ, ਗੁਰਮਤਿ ਦੇ ਸਿਧਾਂਤ ਕੀ ਨੇ, ਜੀਵਨ ਕਿੱਦਾਂ ਜੀਣਾ। ਜੇ ਆਪਾਂ ਸਾਰੇ ਸ਼ਬਦ ਵੀ ਨਹੀਂ ਲਿਖ ਸਕਦੇ ਨਾ, ਅਤੇ ਗੁਰਮਤਿ ਦੇ ਜੋ ਸਿਧਾਂਤਿਕ ਸ਼ਬਦ ਨੇ ਜਿਨ੍ਹਾਂ ਦੇ ਵਿੱਚ ਗੁਰਮਤਿ ਦੀ ਰਹਿਣੀ ਲਿਖੀ ਹੋਈ ਹੈ, ਉਹਨਾਂ ਨੂੰ ਜ਼ਰੂਰ ਸਾਨੂੰ ਆਪਣੇ ਸਾਹਮਣੇ ਰੱਖਣਾ ਚਾਹੀਦਾ। ਕਿਉਂਕਿ ਜਦੋਂ ਗੁਰਮਤਿ ਦੀ ਰਹਿਣੀ ਨੂੰ ਆਪਾਂ ਸਾਹਮਣੇ ਰੱਖਾਂਗੇ ਫਿਰ ਸਾਨੂੰ ਪਤਾ ਲੱਗੇਗਾ ਵੀ ਇਹ ਕੰਮ ਅਸੀਂ ਗੁਰਮਤਿ ਅਨੁਸਾਰ ਨਹੀਂ ਕਰ ਰਹੇ, ਇਹ ਤਾਂ ਅਸੀਂ ਆਪਣੀ ਮਨਮਰਜ਼ੀ ਨਾਲ ਕਰੀ ਜਾਂਦੇ ਹਾਂ। ਗੁਰਮਤਿ ਸਾਡੇ ਸਾਹਮਣੇ ਹੋਣੀ ਚਾਹੀਦੀ। ਜਦੋਂ ਤੁਸੀਂ ਇੱਕ ਸ਼ਬਦ ਪੜ੍ਹਦੇ ਹੋ, ਦੁਖ ਭੰਜਨ ਤੇਰਾ ਨਾਮ ਜੀ, ਦੁਖ ਭੰਜਨ ਤੇਰਾ ਨਾਮ, ਅਤੇ ਮਾਰ ਕਹਿੰਦੇ 8 ਪਹਿਰ ਆਰਾਧੀਏ ਪੂਰਨ ਸਤਿਗੁਰ ਗਿਆਨ। ਪੂਰਨ ਸਤਿਗੁਰ ਦੇ ਗਿਆਨ ਨੂੰ 8 ਪਹਿਰ ਆਰਾਧਨਾ, ਉਸ ਗਿਆਨ ਨੂੰ ਹਰ ਵੇਲੇ ਯਾਦ ਰੱਖਣਾ। ਇਹ ਗਿਆਨ ਹਰ ਵੇਲੇ ਸਾਡੇ ਯਾਦ ਹੋਣਾ ਚਾਹੀਦਾ। ਪੂਰਾ ਥਾੜ ਬਣਾਇਆ ਪੂਰਾ ਵੇਖੋ ਏਕ ਸਮਾਨਾ, ਇਸ ਪ੍ਰਪੰਚ ਮੈਂ ਸਾਚੇ ਨਾਮ ਕੀ ਵਡਿਆਈ ਮਤ ਕੋ ਤਰੋ ਗੁਮਾਨਾ। ਸਤਿਗੁਰ ਕੀ ਜਿਸਨੋਂ ਮਤ ਆਵੇ ਸੋ ਸਤਿਗੁਰ ਮਾਹੇ ਸਮਾਣਾ। ਅਤੇ ਇਹ ਬਾਣੀ ਜੋ ਜੀਓ ਜਾਣੈ ਤਿਸ ਅੰਤਰ ਰਵੈ ਹਰ ਨਾਮਾ। ਜਿਹੜਾ ਇਸ ਬਾਣੀ ਨੂੰ ਜਿੰਦ ਕਰਕੇ ਮੰਨ ਲਏਗਾ ਨਾ, ਪਰਮਾਤਮਾ ਦਾ ਨਾਮ ਅੰਦਰ ਪ੍ਰਗਟ ਹੋ ਜਾਏਗਾ, ਜੀਵਨ ਦੀ ਸਹੀ ਸੋਝੀ ਜਿਹੜੀ ਪ੍ਰਾਪਤ ਹੋ ਜਾਏਗੀ। ਇਸ ਕਰਕੇ ਭਗਤ ਜੀ ਕਹਿੰਦੇ ਹਰ ਕੇ ਨਾਮ ਬਿਨ ਕਿਨਗਤ ਪਾਈ, ਕਿਹਨੂੰ ਮੁਕਤੀ ਪ੍ਰਾਪਤ ਹੋਈ ਹੈ ਜੀਵਨ ਦੇ ਵਿੱਚ। ਜੰਜਾਲਾਂ 'ਚ ਕੌਣ ਬਚਿਆ? ਸੰਸਾਰ ਦੇ ਲੋਕ ਜੰਜਾਲਾਂ 'ਚ ਹੀ ਹੈਗੇ ਨੇ। ਕਹਿ ਉਪਦੇਸ਼ ਕਬੀਰਾ, ਕਬੀਰ ਸਾਹਿਬ ਸਿੱਖਿਆ ਦੀ ਗੱਲ ਕਰਦੇ, ਉਪਦੇਸ਼ ਦੀ ਗੱਲ ਕਰਦੇ, ਉਪਦੇਸ਼ ਕਹਿੰਦੇ ਹਨ। ਉਪਦੇਸ਼ ਇਹੀ ਹੈ ਕਬੀਰ ਸਾਹਿਬ ਦਾ ਕਿ ਪਰਮਾਤਮਾ ਦੇ ਨਾਮ ਤੋਂ ਬਿਨਾਂ ਕਿਸੇ ਨੂੰ ਜੀਵਨ ਦੀ ਸਹੀ ਸੋਝੀ ਨਹੀਂ ਪੈਂਦੀ। ਇਸ ਕਰਕੇ ਗੁਰੂ ਸਾਹਿਬ ਨੇ ਜੋ ਸਾਨੂੰ ਨਾਮ ਦੱਸਿਆ, ਜੋ ਬਾਣੀ ਦੱਸੀ ਹੈ, ਜਿਹੜੀ ਵਿਚਾਰਧਾਰਾ ਦੱਸੀ ਹੈ, ਇਸ ਨੂੰ ਆਪਣੇ ਜੀਵਨ ਦਾ ਆਧਾਰ ਬਣਾ ਲਈਏ ਤਾਂ ਕਿ ਸਾਡੀ ਜ਼ਿੰਦਗੀ ਵਿੱਚ ਜਿਹੜਾ ਸੱਚ ਹੈ ਉਹ ਸੱਚ ਸਾਨੂੰ ਸਮਝ ਆ ਸਕੇ। ਅਗਿਆਨਤਾ ਦੇ ਕਾਰਨ ਅਸੀਂ ਸੰਸਾਰ ਵਿੱਚ ਆ ਕੇ ਹੋਰ ਖੁਆਰ ਹੋ ਰਹੇ ਹਾਂ। ਅਗਿਆਨਤਾ ਸਾਨੂੰ ਸਹੀ ਮਾਰਗ ਤੋਂ ਥੜਕਾ ਰਹੀ ਹੈ। ਇਸ ਕਰਕੇ ਇਸ ਸੰਸਾਰ ਨੂੰ ਭਗਤ ਕਬੀਰ ਸਾਹਿਬ ਕਹਿੰਦੇ ਮਨ ਦੇ ਸੰਸਾਰ ਅੰਧ ਗਹਿਰਾ ਚਹੁੰ ਦਿਸ ਪਸਰਿਓ ਜਮ ਜੇਵਰਾ। ਅਗਿਆਨਤਾ ਦੇ ਕਾਰਨ ਸਿਮਰਨ ਤੋਂ ਖੁੰਝ ਕੇ ਜਗਤ ਹਨੇਰੇ ਖੂਹ 'ਚ ਪਿਆ ਹੋਇਆ ਸਾਰਾ।
ਤੇ ਚੌਹਾਂ ਪਾਸੇ ਜਮਾਂ ਦੀ ਫਾਈ ਜਿਹੜੀ ਹੈ ਉਹ ਸੰਸਾਰ ਨੂੰ ਪੈ ਰਹੀ ਹੈ। ਜਮਾਂ ਦੀ ਫਾਈ ਤਾਂ ਚਾਰੇ ਪਾਸੇ ਹੀ ਖਿਲਰੀ ਹੋਈ ਹੈ। ਵਿਕਾਰ ਤਾਂ ਸਾਰੇ ਪਾਸੇ ਖਿਲਰੇ ਹੋਏ ਨੇ, ਬੁਰਾਈਆਂ ਸਾਰੇ ਪਾਸੇ ਖਿਲਰੀਆਂ ਹੋਈਆਂ, ਔਰ ਉਹ ਜਮਾਂ ਦੀਆਂ ਫਾਈਆਂ ਹੀ ਨੇ। ਵਿਕਾਰ ਤਾਂ ਹਰ ਪਾਸੇ ਹੀ ਨੇ, ਜਿੱਥੇ ਮਰਜ਼ੀ ਜਾਓ। ਇਹ ਤੁਹਾਡੀ ਮਰਜ਼ੀ ਹੈ ਵੀ ਵਿਕਾਰ ਲੈਣੇ ਕਿ ਨਹੀਂ ਲੈਣੇ। ਇਸ ਕਰਕੇ ਲੋਕ ਜੋ ਵੀ ਕੰਮ ਕਰ ਰਹੇ ਨੇ ਨਾ, ਅਤੇ ਜਿਨ੍ਹਾਂ ਨਾਲ ਹੋਰ ਅਗਿਆਨਤਾ ਵੱਧਦੀ ਜਾ ਰਹੀ ਹੈ, ਉਹਨਾਂ ਕਰਮਾਂ ਵਿੱਚ ਫਸ ਕੇ ਉਹ ਕਰਮਾਂ ਨੂੰ ਧਰਮ ਸਮਝ ਲੈਂਦੇ ਨੇ, ਕਰਮਕਾਂਡੀ ਜੀਵਨ ਨੂੰ, ਅਤੇ ਅਗਿਆਨਤਾ ਵੱਧਦੀ ਚਲੀ ਜਾਂਦੀ। ਅਗਿਆਨਤਾ ਦੇ ਵਿੱਚ ਮਨੁੱਖ ਹੋਰ ਵਿਕਾਰਾਂ ਵਿੱਚ, ਬੁਰਾਈਆਂ ਵਿੱਚ, ਔਗੁਣਾਂ ਵਿੱਚ, ਮੇੜ ਤੇਰ ਵਿੱਚ ਫਸਦਾ ਜਾ ਰਿਹਾ। ਇਸ ਤਰ੍ਹਾਂ ਜੀਵਨ ਕਬੀਰ ਸਾਹਿਬ ਕਹਿੰਦੇ ਬਰਬਾਦ ਹੋ ਰਿਹਾ, ਖੁਆਰ ਹੋ ਰਿਹਾ, ਆਤਮਿਕ ਮੌਤ ਜੀਵ ਮਰ ਰਹੇ ਹਨ। ਗੁਰੂ ਕਿਰਪਾ ਕਰੇ ਕਿ ਜੋ ਉਪਦੇਸ਼ ਭਗਤ ਕਬੀਰ ਸਾਹਿਬ ਜੀ ਨੇ ਸਾਨੂੰ ਦ੍ਰਿੜ ਕਰਾਇਆ ਨਾ, ਇਸ ਉਪਦੇਸ਼ ਨੂੰ ਆਪਣੇ ਜੀਵਨ ਦਾ ਆਧਾਰ ਬਣਾ ਲਈਏ ਅਤੇ ਗੁਰੂ ਕੋਲੋਂ ਗਿਆਨ ਲੈ ਲਈਏ, ਤਾਂ ਕਿ ਜੀਵਨ ਜੀਵਨ ਦੀ ਜੁਗਤ ਸਾਨੂੰ ਸਮਝ ਆ ਸਕੇ। ਇਤਨੇ ਬਚਨ ਪ੍ਰਵਾਨ। ਸਾਰਿਆਂ ਦਾ ਧੰਨਵਾਦ ਜੀ। ਫਤਿਹ ਦੀ ਸਾਂਝ ਕਰੋ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।